ਇਸ ਵੇਲੇ ਸੰਗਤ ਟੀਵੀ ਤੇ ਰੀਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ ਦਾ ਅੱਜ ਦਾ ਐਪੀਸੋਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਲ ਮਟੌਰ। ਦੋਸਤੋ, ਅਸੀਂ ਇਹ ਐਪੀਸੋਡ ਅੱਜ ਦੀ ਤਾਰੀਖ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂਸਾ ਵਾਲਿਆਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਵਿੱਚ ਤੁਹਾਡਾ ਯੋਗਦਾਨ ਪਾਉਣ ਦੇ ਲਈ ਕਰਦੇ ਹਾਂ, ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹਿ ਸਕੇ। ਦੋਸਤੋ, ਝਰਨੇ ਨੂੰ ਕੋਈ ਨਹੀਂ ਰਾਹ ਦਿਖਾਉਂਦਾ, ਝਰਨੇ ਨੂੰ ਕੋਈ ਨਹੀਂ ਰਾਹ ਦਿਖਾਉਂਦਾ, ਇਹ ਵਗਦੇ ਨੇ ਆਪਣੀਆਂ ਮਰਜ਼ੀਆਂ ਨਾਲ। ਝਰਨੇ ਨੂੰ ਕੋਈ ਨਹੀਂ ਰਾਹ ਦਿਖਾਉਂਦਾ, ਇਹ ਵਗਦੇ ਨੇ ਆਪਣੀਆਂ ਮਰਜ਼ੀਆਂ ਨਾਲ। ਬੱਦਲ ਜੋ ਵਰਦੇ ਨੇ ਬਣ ਕੇ ਘਟਾਵਾਂ, ਬੱਦਲ ਜੋ ਵਰਦੇ ਨੇ ਬਣ ਕੇ ਘਟਾਵਾਂ, ਉਹ ਚੜ੍ਹਦੇ ਨਹੀਂ ਕਿਸੇ ਅਰਜ਼ੀਆਂ ਨਾਲ। ਮਸਲੇ ਨਿਬੜਦੇ ਬੱਬਲ ਨੀਤਾਂ ਨਾਲ, ਮਸਲੇ ਨਿਬੜਦੇ ਬੱਬਲ ਨੀਤਾਂ ਨਾਲ, ਤੇ ਵਿਗੜ ਜਾਂਦੇ ਮਨ ਮਰਜ਼ੀਆਂ ਨਾਲ, ਤੇ ਵਿਗੜ ਜਾਂਦੇ ਮਨ ਮਰਜ਼ੀਆਂ ਨਾਲ। ਦੋਸਤੋ, ਅੱਜ ਦੇ ਐਪੀਸੋਡ ਦੀ ਸ਼ੁਰੂਆਤ ਕਰ ਰਿਹਾ। ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਰਣਬੀਰ ਸਿੰਘ ਜੀ ਅਟਵਾਲ ਜੀ ਦਾ, ਜੋ ਕਿ ਅੱਜ ਫੇਰ ਤੋਂ ਇੱਕ ਵਾਰ ਸਾਡੇ ਨਾਲ ਅੱਜ ਗੈਸਟ ਹੋਣਗੇ। ਅਟਵਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਐਪੀਸੋਡ 'ਚ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਟਵਾਲ ਜੀ, ਵਰਲਡ ਦੀ ਬਿਗੈਸਟ ਡੈਮੋਕ੍ਰੇਸੀ ਜੇ ਕਹੀਏ ਤੇ ਬਿਗੈਸਟ ਡੈਮੋਕ੍ਰੈਟਿਕ ਕੰਟਰੀ ਜੇ ਅਸੀਂ ਕਹੀਏ ਤਾਂ ਇੰਡੀਆ ਆ, ਤੇ ਵਰਲਡ ਦਾ ਸਭ ਤੋਂ ਬਿਗੈਸਟ ਜੇ ਪ੍ਰੋਟੈਸਟ ਕਹੀਏ ਅੱਜ ਤੱਕ ਦੀ ਹਿਸਟਰੀ ਦਾ, ਉਹ ਵੀ ਇੰਡੀਆ 'ਚ ਹੋ ਰਿਹਾ। ਅਸੀਂ ਦੇਖਿਆ ਕਿਸ ਤਰ੍ਹਾਂ ਇਹ ਫਾਰਮਰ ਜੋ ਮੂਵਮੈਂਟ ਚੱਲੀ ਹੈਗੀ ਹੈ, ਕਿਸ ਤਰ੍ਹਾਂ ਸ਼ੁਰੂ ਹੋਈ, ਕਿੱਥੋਂ ਸ਼ੁਰੂ ਹੋਈ, ਕਿੱਥੇ ਹੁਣ ਪਹੁੰਚੀ ਹੈਗੀ ਹੈ, ਤੇ ਅਪਸ ਐਂਡ ਡਾਊਨਸ ਜੋ ਹੈ ਉਹ ਚੱਲ ਰਹੇ ਹੈਗੇ ਨੇ ਇਸ ਵਕਤ। ਬੜੀਆਂ ਚੀਜ਼ਾਂ ਕਹਿ ਲਓ ਵੀ ਬਾਹਰ ਨਿਕਲ ਕੇ ਆ ਰਹੀਆਂ ਹੈਗੀਆਂ। ਤੁਸੀਂ ਕੀ ਦੇਖਦੇ ਹੋ ਜੇ ਹੁਣ ਤਾਜ਼ਾ ਘਟਨਾਕ੍ਰਮ ਦੀ ਗੱਲ ਕਰੀਏ? ਕੁਝ ਦਿਨ ਪਹਿਲਾਂ ਹੀ ਘਟਨਾਵਾਂ, ਜੋ ਮੰਦਭਾਗੀਆਂ ਘਟਨਾਵਾਂ, ਜੋ ਕਹ ਲਓ ਹਿੰਸਕ ਘਟਨਾਵਾਂ ਹੋ ਕੇ ਹਟੀਆਂ। ਉਸ ਤੋਂ ਬਾਅਦ ਜੇ ਹੁਣ ਅਸੀਂ ਲੇਟੈਸਟ ਗੱਲ ਕਰੀਏ ਤਾਂ ਗਾਜ਼ੀਪੁਰ ਬਾਰਡਰ ਦੇ ਵਿੱਚ ਇੱਕ ਨਾਮ ਬੜਾ ਚਮਕਿਆ ਹੈਗਾ ਆ, ਰਾਕੇਸ਼ ਟਕੈਤ ਜੀ ਦਾ। ਤੇ ਉੱਥੇ ਕਹਿ ਲਓ ਵੀ ਯੂਪੀ ਦੇ ਜੋ ਕਿਸਾਨ ਹੈ ਤੇ ਆਸੇ-ਪਾਸੇ ਏਰੀਏ ਦੇ ਜੋ ਕਿਸਾਨ ਹੈ, ਉਹਨਾਂ ਦਾ ਹੁਣ ਸੈਲਾਬ ਇੱਕ ਤਰ੍ਹਾਂ ਨਾਲ ਉੱਥੇ ਆ ਗਿਆ। ਤੇ ਗਾਜ਼ੀਪੁਰ ਬਾਰਡਰ ਦੇ ਵਿੱਚ ਹੁਣ ਕਹਿ ਲਓ ਵੀ ਮੇਲੇ ਲੱਗੇ ਹੋਏ ਆ। ਕੀ ਕਹਿਣਾ ਚਾਹੋਗੇ ਸਾਰੇ ਘਟਨਾਕ੍ਰਮ ਬਾਰੇ? ਦੇਖੋ ਬੱਬਲ ਸਾਹਿਬ, ਇਹ ਬਹੁਤ ਹੀ, ਮੈਂ ਤੈਨੂੰ ਕੋਇਨਸੀਡੈਂਸ ਹੀ ਕਹਾਂਗਾ ਕਿ ਲਾਸਟ ਜਦੋਂ ਅਸੀਂ ਐਪੀਸੋਡ ਕੀਤਾ 26 ਤਰੀਕ ਤੋਂ ਪਹਿਲਾਂ ਦਾ ਐਪੀਸੋਡ ਸੀ ਜਿਹੜਾ, ਹਾਂਜੀ, ਉਹਦੇ 'ਚ ਤੁਸੀਂ ਇਹ 3 ਤੁਕਾਂ ਪੜ੍ਹੀਆਂ ਸੀ ਆਪਣੀ ਕਵਿਤਾ ਦੀਆਂ ਜੀ। ਤੇ ਮੇਰਾ ਐਪੀਸੋਡ ਤੋਂ ਬਾਅਦ ਤੁਹਾਨੂੰ ਇਹੋ ਬੇਨਤੀ ਸੀ ਕਿ ਨਹੀਂ, ਇਹ ਇਹਨਾਂ ਤੁਕਾਂ ਦੇ ਉੱਤੇ ਸਾਡਾ ਜਿਹੜਾ ਵਿਚਾਰ ਨਹੀਂ ਹੋਇਆ। ਅਗਲੇ ਪ੍ਰੋਗਰਾਮ 'ਚ ਅਸੀਂ ਇਹੋ ਹੀ ਤੁਕਾਂ ਦੁਆਰਾ, ਤੁਸੀਂ ਨਵੀਆਂ ਨਾ ਲਿਖਿਓ ਕੋਈ ਕਵਿਤਾ, ਤੇ ਇਹ ਤੋਂ ਸ਼ੁਰੂ ਕਰਾਂਗੇ। ਹਾਂਜੀ ਹਾਂਜੀ। ਦੇਖੋ ਕਿ ਇਹਨਾਂ ਦੀ ਜਿਹੜੀ ਤੁਹਾਡੀ ਵਰਡਿੰਗ ਹੈ, ਇਹਦੀ 26 ਤਰੀਕ ਤੋਂ ਪਹਿਲਾਂ ਦਾ ਮਤਲਬ ਤੇ 26 ਤਰੀਕ ਤੋਂ ਬਾਅਦ ਦਾ ਮਤਲਬ ਜੀ। ਤੁਸੀਂ ਝਰਨਿਆਂ ਦੀ ਗੱਲ ਕੀਤੀ ਤੇ ਇੱਥੇ ਸਮੁੰਦਰਾਂ ਦੇ ਵਹਾਅ ਜੀ, 30 ਤਰੀਕ ਨੂੰ ਸਮੁੰਦਰਾਂ ਦੇ ਵਹਾਅ ਵਰਗਾ ਮਾਹੌਲ ਬਣ ਗਿਆ ਜੀ। ਤੁਸੀਂ ਕਾਲੇ ਬੱਦਲਾਂ ਦੀ ਗੱਲ ਕੀਤੀ ਹੈ ਤੇ ਵਾਕਿਆ ਉਹ ਜੋ ਇਹਦੇ ਵਿੱਚੋਂ ਕੋਈ ਨੈਗੇਟਿਵਿਟੀ ਆਈ ਹੈ, ਉਹ ਕਿਸੇ ਦੀ ਕੋਈ ਅਰਜ਼ੀ ਦੇ ਨਾਲ ਨਹੀਂ ਹੋਇਆ, ਉਹ ਕਾਲੇ ਬੱਦਲਾਂ ਨੇ ਆਪਣਾ ਕੰਮ ਕੀਤਾ। ਹਾਂਜੀ ਹਾਂਜੀ। ਫਿਰ ਤੁਸੀਂ ਨੀਅਤ ਦੀ ਗੱਲ ਕੀਤੀ ਹੈ ਜੀ, ਇਹ ਫੈਸਲਾ ਜਿੰਨਾ ਚਿਰ ਚੰਗੀ ਨੀਅਤ ਨਹੀਂ, ਉਹਨਾਂ ਚਿਰ ਫੈਸਲਾ ਨਹੀਂ ਹੋ ਸਕਦੇ ਜੀ ਜੀ। ਸੋ ਇਹ ਜਿਹੜਾ ਮੈਂ ਕਹਿੰਦਾ 26 ਜਨਵਰੀ ਦਾ ਜੋ ਅੰਦੋਲਨ ਦਾ ਜੋ ਇੱਕ ਸ਼ੋਅ ਆਫ ਸਟਰੈਂਥ ਸੀ, ਮੈਂ ਇਹਨੂੰ ਕਹਾਂਗਾ ਸ਼ੋਅ ਆਫ ਸਟਰੈਂਥ, ਜਿਹੜਾ ਕਿ ਪਰਪਸ ਹੀ ਇਹੋ ਸੀ ਸਾਰੇ ਦਾ, ਇੱਕ ਬਹੁਤ ਵੱਡਾ ਅੰਦੋਲਨ, ਤੇ ਉਹ ਵਾਕਈ ਇੱਕ ਹਿਸਟੋਰਿਕ ਇਵੈਂਟ ਬਣ ਕੇ ਰਹਿ ਗਿਆ। ਤੇ ਮੈਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਵੀ ਇੱਕ ਰੈਕੋਰਡ ਬ੍ਰੇਕਿੰਗ ਹੀ ਇਹੋ, ਇਨ ਟਰਮਸ ਆਫ ਨੰਬਰਸ, ਇਨ ਟਰਮਸ ਆਫ ਸਿਗਨੀਫਿਕੈਂਸ, ਇਨ ਟਰਮਸ ਆਫ ਆਰਟ ਹਿਸਟਰੀ, ਜੋ ਕੁਛ ਵੀ ਹੈ, ਇਹਦੇ ਇੱਥੋਂ ਮੈਂ ਕਹਿੰਦਾ ਇੱਕ ਬਹੁਤ ਹੀ ਇੱਕ ਇਤਿਹਾਸਿਕ ਮੋੜ ਵਾਲਾ ਇਹੋ ਦਿਨ ਬਣ ਜਾਏਗਾ ਮੁੜ ਕੇ ਫਿਰ ਜੀ। ਤੇ ਇਹਦੇ 'ਚੋਂ ਸਮਝਣੇ ਵਾਲੀ ਗੱਲ ਬਹੁਤ ਹੀ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਤੁਸੀਂ ਗਾਜ਼ੀਪੁਰ ਬਾਰਡਰ ਦੀ ਗੱਲ ਕੀਤੀ ਹੈ, ਰਾਕੇਸ਼ ਟਕੈਤ ਜੋ ਆਪਣੇ ਕਿਸਾਨ ਲੀਡਰਾਂ ਦੀ ਗੱਲ ਕੀਤੀ ਹੈ, ਉਹਨਾਂ ਦਾ ਜੋ ਅਪੀਲ, ਜੋ ਕੁਛ ਵੀ ਹੋਇਆ, ਉਹ ਇੱਕ ਕਿਸਾਨ ਦਾ ਦਰਦ ਇੱਕ ਆਂਸੂ ਬਣ ਕੇ ਉਹਦੀ ਅੱਖ 'ਚੋਂ ਜਦੋਂ ਡਿੱਗਿਆ ਜੀ, ਉਹ ਵਾਕਿਆ ਸੈਲਾਬ ਆ ਗਿਆ ਇੱਕ ਤਰ੍ਹਾਂ ਦਾ, ਕਿ ਉਹ ਉਸ ਜਿੱਥੇ ਕਿ ਬਿਲਕੁਲ ਹਾਲਾਤ 1984 ਵਰਗੇ ਕ੍ਰੀਏਟ ਕਰ ਦਿੱਤੇ ਸਰਕਾਰਾਂ ਨੇ ਜੀ। ਸਭ ਤੋਂ ਵੱਡੀ ਗੱਲ ਕਿ ਦੇਖੋ ਕਿਸਾਨਾਂ ਦਾ ਜਿਹੜਾ 26 ਜਨਵਰੀ ਦਾ, ਮੇਰੇ ਖਿਆਲ ਨਾਲ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਮਕਸਦ ਨਹੀਂ ਸੀਗਾ ਕਿ ਜੋ ਕੁਛ ਹੋਇਆ ਉਹ ਪਲੈਨਡ ਨਹੀਂ ਸੀਗਾ, ਕਿਸਾਨਾਂ ਵੱਲੋਂ ਪਲੈਨਡ ਨਹੀਂ ਸੀਗਾ ਜੀ, ਬਟ ਸਰਕਾਰ ਵੱਲੋਂ ਵਧੀਆ ਜੋ ਵੀ ਉਹਨੀ ਜੋ ਖਰਾਬੀ ਕਰਨੀ ਚਾਹੁੰਦੀ ਸੀ, ਉਹ ਵੈਲ ਪਲੈਨਡ ਸੀ ਉਹਨਾਂ ਵੱਲੋਂ ਜੀ।
ਸੋ ਇੱਕ ਤਰ੍ਹਾਂ ਦੇ ਇੱਕ ਪ੍ਰੈਸ਼ਰ ਵਰਤਿਆ ਗਿਆ ਸੀ ਵੀ ਸਾਡੀਆਂ ਡਿਮਾਂਡਸ ਇੰਨੀਆਂ ਜੈਨੂਅਨ ਨੇ ਕਿ ਗਵਰਨਮੈਂਟ ਐਡਾ ਬੜਾ ਰਿਸਕ ਨਹੀਂ ਲਏਗੀ, 26 ਤਰੀਕ ਤੋਂ ਪਹਿਲਾਂ ਇਹ ਕਾਲੇ ਕਾਨੂੰਨ ਵਾਪਸ ਹੋ ਜਾਣਗੇ। ਜੀ ਤੇ ਦੇਖੋ, ਜੇ ਉਹ 18 ਮਹੀਨਿਆਂ ਲਈ ਸਟੇ ਕਰ ਸਕਦੇ ਆ, ਗਵਰਨਮੈਂਟ 18 ਮਹੀਨਿਆਂ ਲਈ ਉਹਨਾਂ ਨੂੰ ਜੇ ਸਟੇ ਲਾ ਸਕਦੇ ਆ, ਸੋ ਮੈਨੂੰ ਸਮਝ ਨਹੀਂ ਆਉਂਦੀ ਕਿ 18 ਮਹੀਨਿਆਂ ਦੇ ਵਿੱਚ ਸਾਡੇ ਕੋਲ ਇਸ ਤਰ੍ਹਾਂ ਦਾ ਵੀ ਰਿਸੋਰਸ ਹੈ ਨਹੀਂ ਪੂਰੀ ਕੰਟਰੀ ਦੇ ਵਿੱਚ ਕਿ ਅਸੀਂ ਰਲ ਕੇ ਇੱਕ ਕਮੇਟੀ ਬਣਾ ਕੇ ਉਹ ਦੁਬਾਰਾ ਜਿਹੜੇ ਕਾਨੂੰਨ ਜਿਨ੍ਹਾਂ ਦੇ ਉੱਤੇ ਕਿਸਾਨ ਵੀ ਸਹਿਮਤੀ ਪ੍ਰਗਟ ਕਰਨ ਕਿ ਹਾਂ ਵਾਕਿਆ ਇਹ ਸਾਡੇ ਫਾਇਦੇ ਲਈ ਨੇ। ਜੀ ਦੇਖੋ, ਤੁਸੀਂ ਗੱਲਾਂ ਕਰੀ ਜਾਣੀਆਂ ਕਿ ਦੇਖੋ ਜੀ ਜਿਹੜੇ ਕਿਸਾਨਾਂ ਦੇ ਹੁਣ ਹੱਕ ਆ ਉਹ ਬਿਲਕੁਲ ਰਾਖਵੇਂ ਆ, ਉਹਨਾਂ 'ਚ ਕੋਈ ਚੇਂਜ ਨਹੀਂ ਹੋ ਰਹੀ ਤੇ ਕਾਨੂੰਨ ਉਹਨਾਂ ਦੇ ਭਲੇ ਵਾਸਤੇ ਆ, ਤੇ ਉਹ ਹੋਰ ਕਿਸੇ ਨੂੰ ਸਮਝ ਹੀ ਨਹੀਂ ਆ ਰਿਹਾ ਸਰਕਾਰ ਤੋਂ ਛੁੱਟ। ਜੀ ਜੀ ਉਹ ਕੋਈ ਵੱਡੀ ਗੱਲ ਨਹੀਂ ਸੀ, ਇਹ ਬਹੁਤ ਵੱਡਾ ਰਿਸਕ, ਇੱਕ ਕੈਲਕੂਲੇਟਡ ਰਿਸਕ ਲਿਆ ਜਿਹੜਾ ਸਰਕਾਰ ਨੇ ਕਿ 26 ਤਰੀਕ ਦਾ ਜਿਹੜਾ ਜੋ ਕਿਸਾਨਾਂ ਨੇ ਮਾਰਚ ਐਲਾਨ ਕੀਤਾ ਸੀਗਾ, ਜੀ ਉਹਨੂੰ ਉੱਥੇ ਤੱਕ ਇਹੋ ਸਿਚੁਏਸ਼ਨ ਪਹੁੰਚਣੀ ਨਹੀਂ ਚਾਹੀਦੀ ਸੀ। ਮੇਰਾ ਤਾਂ ਇਹ ਵਿਚਾਰ ਹੈ ਕਿ ਦੇਖੋ 2 ਮਹੀਨੇ ਬਹੁਤ ਲੰਮਾ ਟਾਈਮ ਹੁੰਦਾ, 2 ਮਹੀਨੇ ਲੱਖਾਂ ਦੀ ਗਿਣਤੀ ਦੇ ਵਿੱਚ ਦਿੱਲੀ ਦੇ ਬਾਰਡਰਾਂ ਦੇ ਉੱਤੇ ਜਾ ਕੇ ਇਹ ਪ੍ਰੋਟੈਸਟ ਕਰਨਾ, ਉਹ ਪ੍ਰੋਟੈਸਟ ਇਨ ਇਟਸੈਲਫ ਹੀ ਇੱਕ ਵਰਲਡ ਰਿਕਾਰਡ ਸੀਗਾ। ਜੀ ਗਵਰਨਮੈਂਟ ਨੇ ਐਡਾ ਬੜਾ ਰਿਸਕ ਲੈਣਾ ਕਿ ਉਹਨਾਂ ਨੂੰ ਮਾਰਚ ਅਲਾਓ ਵੀ ਇਸ ਤਰ੍ਹਾਂ ਕੀਤਾ ਕਿ ਐਂਡ ਆਖਰੀ ਦਿਨ ਤੱਕ ਇਹ ਮੀਟਿੰਗਾਂ ਚੱਲਦੀਆਂ ਰਹੀਆਂ, ਆਖਰੀ ਦਿਨ ਤੱਕ ਇਹ ਵੀ ਨਹੀਂ ਪਤਾ ਲੱਗਾ ਵੀ ਕਿਹੜਾ ਰੂਟ ਹੈ ਕੀ ਆ। 5 ਰੂਟ ਬਣਾਤੇ, 65 60 ਕਿਲੋਮੀਟਰ ਦੇ ਰੂਟ ਹੈ, ਤੇ ਫਿਰ ਕਹਿ ਦਿੱਤਾ ਕਿ 5 ਘੰਟਿਆਂ 'ਚ ਤੁਸੀਂ ਵਾਪਸ ਕਰਕੇ ਆਉਣਾ। ਫਿਰ ਜਿਸ ਮੈਰਾਥਨ ਰਨ ਹੋ ਰਿਹਾ ਉੱਥੇ ਪਤਾ ਨਹੀਂ ਕੀ ਹੈ ਨਾ। ਫਿਰ ਜਿਹੜੇ ਸਾਡੇ ਕੁਝ ਵਲੰਟੀਅਰਸ ਜਿਹੜੇ WhatsApp ਤੇ ਮੈਸੇਜ ਆ ਰਹੇ ਨੇ, ਜਿਸ ਤਰ੍ਹਾਂ ਇੱਕ ਡਾਕਟਰ ਸਾਹਿਬ ਅਮਰੀਕਾ ਤੋਂ ਆਏ ਸੀ ਜੋ ਕਿ ਹਾਲਾਤ ਦੇਖ ਕੇ ਕੈਂਪ ਦੇ ਵਿੱਚ ਉਹਨੇ ਸੋਚਿਆ ਕਿ ਮੈਂ ਸੇਵਾ ਕਰਨੀ ਹੈ, ਉਹਨੇ ਆਪਣਾ ਅੱਖੀਂ ਡਿੱਠਾ ਹਾਲ ਦੱਸਿਆ ਇਸ ਮਾਰਚ ਦਾ ਕਿ ਕਿਸ ਤਰ੍ਹਾਂ ਸਰਕਾਰ ਨੇ ਉੱਥੇ ਕੋਈ ਫਸਟ ਏਡ ਦਾ ਅਰੇਂਜਮੈਂਟ ਨਹੀਂ, ਕੋਈ ਐਂਬੂਲੈਂਸ ਦਾ ਅਰੇਂਜਮੈਂਟ ਨਹੀਂ, ਤੇ ਕਿਸ ਤਰ੍ਹਾਂ ਉਹਨੇ ਵਲੰਟੀਅਰ ਦੇ ਉੱਤੇ ਪੁਲਿਸ ਵਾਲਿਆਂ ਨੇ ਡੰਡੇ ਭਰਾਏ। ਜੀ ਉਹ ਹੁਣ ਦੇਖੋ ਇਹਦੇ ਵਿੱਚੋਂ ਨਿਕਲ ਕੇ ਤਾਂ ਬਹੁਤ ਕੁਛ ਆਉਂਦਾ ਬਾਹਰ ਕਿ ਜਿਹੜਾ ਹੁਣ ਇਹਨੀ ਸਾਰੇ ਇੱਕ ਐਡਾ ਵੱਡਾ ਸਕਸੈਸਫੁਲ ਮਾਰਚ ਨੂੰ ਕਿਸ ਤਰ੍ਹਾਂ ਦੀ ਰੰਗਤ ਦੇ ਦਿੱਤੀ ਕਿ ਤਿਰੰਗੇ ਦੀ ਬੇਅਦਬੀ ਹੋ ਗਈ। ਜੀ ਉਹ ਦੇਖੋ, ਜਿਸ ਤਿਰੰਗੇ ਦੇ ਜਿਹੜਾ ਤਿਰੰਗਾ ਇਹ ਜੈ ਜਵਾਨ ਤੇ ਜੈ ਕਿਸਾਨ ਦਾ ਜਿਹੜਾ ਨਾਅਰਾ ਸੀ, ਹੁਣ ਜੈ ਜਵਾਨ ਦੇ ਜੈ ਕਿਸਾਨ ਦੇ ਨਾਅਰੇ ਦੇ ਵਿੱਚੋਂ ਇਹ ਤਿਰੰਗਾ ਨਿਕਲਿਆ। ਜੀ ਕਿਉਂਕਿ ਜੇ 90% ਕੁਰਬਾਨੀਆਂ ਆਜ਼ਾਦੀ ਵਾਸਤੇ ਸਿੱਖਾਂ ਨੇ ਦਿੱਤੀਆਂ, ਜੀ ਇਹਨਾਂ ਦਾ ਹੱਕ ਬਣਦਾ ਹੀ ਹੈ ਕਿ ਤਿਰੰਗੇ ਦੇ ਨਾਲ ਇਹੋ ਆਪਣਾ ਜੇ ਨਿਸ਼ਾਨ ਸਾਹਿਬ ਚਲਾਉਣ ਦਾ ਇਹਨਾਂ ਨੂੰ ਹੱਕ ਹੈ। ਜੀ ਜਾਂਦਾ ਜਿੱਦਾਂ ਆਪਣੇ ਦਿੱਲੀ ਫਤਿਹ ਦਿਵਸ ਮਨਾਉਂਦੇ ਨੇ ਤੇ ਉਸੇ ਜਗ੍ਹਾ ਦੇ ਉੱਤੇ ਇਹ ਨਿਸ਼ਾਨ ਸਾਹਿਬ ਚਲਾਇਆ ਵੀ ਜਾਂਦਾ। ਜੀ 20 ਜਨਵਰੀ ਦੇ ਵਿੱਚ ਪੰਜਾਬ ਦੀ ਝਾਕੀ ਸੀ ਤੇ ਉਹਦੇ ਉੱਤੇ 2 ਨਿਸ਼ਾਨ ਸਾਹਿਬ ਝੂਲ ਰਹੇ ਸੀ। ਜੀ ਆਪਣੀ ਸਿੱਖ ਰੈਜੀਮੈਂਟ ਜਿੱਥੇ ਵੀ ਜਾਂਦੀ ਹੈ ਨਿਸ਼ਾਨ ਸਾਹਿਬ ਨਾਲ ਜਾਂਦੇ ਨੇ। ਜੀ ਸਾਹਿਬ ਇੱਕ ਸਾਡੀ ਤਾਕਤ ਦਾ, ਸਾਡੀ ਯੂਨਿਟੀ ਦਾ, ਸਾਡਾ ਇੱਕ ਧਾਰਮਿਕ ਜਿਹੜੀ ਸਟਰੈਂਥ ਆ, ਸਾਡੀ ਸਰਬੱਤ ਦੇ ਭਲੇ ਦੀ ਸੋਚ ਵਾਲੀ, ਖਾਲਿਸ ਸੋਚ ਵਾਲੀ ਉਹਦਾ ਪ੍ਰਤੀਕ ਹੈ। ਇਹ ਤਾਂ ਕੋਈ ਵੀ ਨਾਰਾਜ਼ਗੀ, ਪਰ ਇਹਨੂੰ ਬਹੁਤ ਗਲਤ ਤਰੀਕੇ ਨਾਲ ਜਿਹੜੀ ਰੰਗਤ ਦਿੱਤੀ ਜਾ ਰਹੀ ਹੈ ਉਹਨੂੰ ਅਸੀਂ ਕਾਊਂਟਰ ਵੀ ਨਹੀਂ ਕਰ ਰਹੇ। ਅਸੀਂ ਇਹ ਹੋਇਆ ਕਿ ਲੀਡਰਸ਼ਿਪ 'ਚ ਅਸੀਂ ਦੇਖਿਆ ਇੱਕ ਦੂਸਰੇ ਨੂੰ ਤਾਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ। ਜੀ ਇਹਦਾ ਕਸੂਰ ਨਹੀਂ, ਇੱਕ ਬਹੁਤ ਵੱਡਾ ਮੈਂ ਕਹਿੰਦਾ ਇੱਕ ਰਿਜ਼ਲਟ ਆ। ਜੇ ਅਸੀਂ 1947 ਚੋਂ ਕੁਛ ਨਹੀਂ ਸਿੱਖਿਆ, 1984 ਚੋਂ ਕੁਛ ਨਹੀਂ ਸਿੱਖਿਆ, ਤੇ 26 ਜਨਵਰੀ 2021 ਚੋਂ ਵੀ ਜੇ ਅਸੀਂ ਕੁਛ ਨਹੀਂ ਸਿੱਖਿਆ, ਤੇ ਇਹ ਸਾਡੀ ਐਡੀ ਬੜੀ ਇੱਕ ਮੈਂ ਕਹਿੰਦਾ ਮੰਦੇ ਭਾਗਾਂ ਵਾਲੀ ਹਾਲਾਤ ਹੋਏਗੀ ਕਿ ਇਹਦੇ ਵਿੱਚੋਂ ਜੋ ਅੱਗੇ ਦੀ ਹਿਸਟਰੀ ਨਿਕਲੇਗੀ ਉਹਦੀ ਸਜ਼ਾ ਸਾਡੀਆਂ ਅੱਗੇ ਆਉਣ ਵਾਲੀਆਂ ਜਨਰੇਸ਼ਨਾਂ ਭੁਗਤਣਗੀਆਂ। ਜੀ ਜੀ ਤੋ ਬਾਕੀ ਇਹ ਦੁਨੀਆ ਲੈਵਲ ਤੇ ਇੱਕ ਬਹੁਤ ਵੱਡਾ ਇੱਕ ਮੈਂ ਇਹਨੂੰ ਸਮਝਦਾ ਇੱਕ ਰੈਕਡ ਬ੍ਰੇਕਿੰਗ ਪਰਫਾਰਮੈਂਸ ਮੈਂ ਤਾਂ ਇਹਨੂੰ ਕਹਾਂਗਾ, ਕਿਉਂਕਿ ਜਦੋਂ ਲੱਖਾਂ ਦਾ ਸਮੁੰਦਰ ਠਾਠਾਂ ਮਾਰਦਾ ਹੜ੍ਹ, ਉਹਨਾਂ ਨੂੰ ਤਾਂ ਰਾਹ ਚਾਹੀਦਾ ਹੁੰਦਾ। ਜੀ ਤਾਂ ਪਤਾ ਹੀ ਹੈ ਕਿਸਾਨਾਂ ਨੂੰ, ਇਹਨਾਂ ਨਾਲ ਵਧੀਆ ਕੀ ਪਤਾ ਕਿ ਜੇ ਨੱਕੇ ਸਹੀ ਨਾ ਮੋੜੇ ਜਾਣ, ਜੀ ਫਸਲ ਫਲੱਡ ਹੋ ਜਾਂਦੀ ਹੈ ਤੇ ਫਸਲ ਜੀ ਹੈ ਨਾ। ਜੀ ਜੀ ਸਹੀ ਉਸੀ ਫਸਲ ਚੋਂ ਸੋਨਾ, ਉਸੀ ਖੇਤ ਚੋਂ ਸੋਨਾ ਵੀ ਉੱਗਦਾ। ਹੁਣ ਦੇਖਣਾ ਵੀ ਇਹਨਾਂ ਨੂੰ ਹੁਣ ਕਿਸ ਤਰ੍ਹਾਂ ਇਸ ਸਿਚੁਏਸ਼ਨ ਨੂੰ ਸੰਭਾਲ ਲੈਂਦੇ ਆ। ਪਰ ਸਰਕਾਰ ਨੇ ਇਸ ਅੰਦੋਲਨ ਨੂੰ ਇੱਕ ਮੁੱਦੇ ਦੇ ਉੱਤੇ ਇੱਕ ਹੋਰ ਨਵਾਂ ਮੁੱਦਾ ਕ੍ਰੀਏਟ ਕਰਕੇ ਇਹਨੂੰ ਫੇਲ ਕਰਨ 'ਚ ਕੋਈ ਕਸਰ ਨਹੀਂ ਛੱਡੀ। ਜੀ ਤੇ ਬੜੇ ਮੈਂ ਕਹਿੰਦਾ ਕੋਈ ਇਹ ਕਾਦਰ ਦੀ ਕੁਦਰਤ ਹੀ ਵਰਤ ਰਹੀ ਹੈ ਸਾਰੇ ਪਿੱਛੇ ਕਿ ਜਿਹੜਾ ਪੂਰੀ ਸੰਗਤਾਂ ਦੇ ਵਿੱਚ ਪਹਿਲੀ ਵਾਰ ਕੋਈ ਜੇ ਕਮਿਊਨਿਟੀ ਨੌਨ ਸਿੱਖ ਕਮਿਊਨਿਟੀ ਸਿੱਖਾਂ ਦੇ ਨਾਲ ਖੜੀ ਹੋਈ ਹੈ। ਜੀ ਉੱਥੇ ਹੁਣ ਸਾਡੇ ਸਿੱਖਾਂ ਦਾ ਵੀ ਫਰਜ਼ ਬਣਦਾ ਕਿ ਅਸੀਂ ਇਸ ਚੀਜ਼ ਨੂੰ ਸਮਝੀਏ। ਜੀ ਜੀ ਜਿਹੜੀ ਵੀ ਲੀਡਰਸ਼ਿਪ ਹੈ, ਤੇ ਲੀਡਰਸ਼ਿਪ ਨੂੰ ਵੀ ਚਾਹੀਦਾ ਕਿ ਤੁਸੀਂ ਨਿਸ਼ਾਨ ਸਾਹਿਬ ਤੇ ਜਿਸ ਤਰ੍ਹਾਂ ਆਪਣੀਆਂ ਪਹਿਲੀ ਵਾਰ ਆਪਣੇ ਨਿਹੰਗ ਸਿੰਘ ਲਾਡਲੀਆਂ ਖਾਲਸਾ ਫੌਜਾਂ
ਪਹਿਲੀ ਵਾਰ ਕਿਸੇ ਸੰਘਰਸ਼ ਦੇ ਵਿੱਚ ਉਹਨੇ ਇੰਨਾ ਐਕਟਿਵ ਰੋਲ ਪਲੇ ਕੀਤਾ ਤੇ ਵੱਧ ਚੜ ਕੇ ਹਿੱਸਾ ਲਿਆ। ਜੀ ਅਸੀਂ ਜੀ ਦੇਖੋ ਪੰਜਾਬ ਦਾ ਕੋਈ ਵੀ ਅੰਦੋਲਨ ਹੈ, ਪੰਜਾਬ ਦੀ ਲੀਡਰਸ਼ਿਪ ਦੇ ਵਿੱਚੋਂ ਤੁਸੀਂ ਸਿੱਖੀ, ਨਿਸ਼ਾਨ ਸਾਹਿਬ ਤੇ ਆਪਣੀ ਜੋ ਸਿੱਖ ਰਿਵਾਇਤਾਂ ਜਾਂ ਸਿੱਖ ਹਿਸਟਰੀ ਉਹਨੂੰ ਅਲੱਗ ਨਹੀਂ ਕਰ ਸਕਦੇ। ਉਹਨੂੰ ਜੀ ਪੋਜ਼ਿਟਿਵਲੀ ਦੇਖਣਾ ਚਾਹੀਦਾ ਕਿ ਜਿਹੜਾ ਜੇ ਕੋਈ ਖਾਲਸਾ ਰਾਜ ਦੀ ਗੱਲ ਵੀ ਕਰਦਾ ਤੇ ਖਾਲਸਾ ਰਾਜ ਦੇ ਵਿੱਚ ਤਾਂ ਹਰ ਇੱਕ ਕਮਿਊਨਿਟੀ, ਹਰ ਇੱਕ ਰੰਗ ਭੇਦਭਾਵ ਦੀ ਕੋਈ ਗੱਲ ਹੀ ਨਹੀਂ ਹੈਗੀ। ਖਾਲਸਾ ਰਾਜ ਦੇ ਵਿੱਚ ਤਾਂ ਹਰ ਇੱਕ ਕਮਿਊਨਿਟੀ ਜੀ ਆਪਣੇ ਆਪ ਨੂੰ ਸੁਰੱਖਿਅਤ ਸਮਝੇਗੀ, ਆਪਣੇ ਆਪ ਨੂੰ ਇਹ ਸਮਝੇਗੀ ਕਿ ਉੱਥੇ ਖਾਲਸਾ ਰਾਜ ਦੇ ਵਿੱਚ ਅਸੀਂ ਨਹੀਂ ਸਮਝਦੇ ਕਿ ਹਾਂ ਕੋਈ ਭੁੱਖਾ ਮਰੇਗਾ, ਕਿਸੇ ਦੇ ਸਿਰ ਤੇ ਛੱਤ ਨਹੀਂ ਹੋਏਗੀ, ਜੀ ਕਿਸੇ ਦੀ ਲੁੱਕ ਆਫਟਰ ਨਹੀਂ ਹੋਏਗੀ। ਸੋ ਉਹ ਜਿਹੜੀ ਹੁਣ ਇੱਕ ਓਪੀਨੀਅਨ ਇਹਨਾਂ ਦੇ COVID-19 ਦੇ ਵਿੱਚ ਜੋ ਸਿੱਖਾਂ ਦੇ ਪ੍ਰਤੀ ਲੋਕਾਂ ਦੇ ਵਿੱਚ, ਪੂਰੀ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਇੱਕ ਰਿਸਪੈਕਟ ਪੈਦਾ ਹੋਇਆ, ਜੀ ਇਸ ਵੇਲੇ ਉਸ ਰਿਸਪੈਕਟ ਨੂੰ ਬਚਾਉਣ ਦੀ ਬਹੁਤ ਹੀ ਵੱਡੀ ਲੋੜ ਹੈ। ਜੀ ਦੇਖੋ ਬਾਕੀ ਜਿਹੜਾ ਇਹੋ ਸੈਪਰੇਟਿਸਟ, ਵੱਖਵਾਦੀ ਤੇ ਆਪਣੇ ਐਂਟੀ ਨੈਸ਼ਨਲ ਖਾਲਿਸਤਾਨੀਆਂ ਦਾ ਸਾਡੇ ਦੇ ਉੱਤੇ, ਸਾਰਿਆਂ ਦੇ ਉੱਤੇ ਲੇਬਲ ਲਾ ਰਹੀ ਹੈ ਸਰਕਾਰ, ਜੀ ਕਿਉਂਕਿ ਉਹ ਜਿਹੜੇ ਝੂਠੇ ਬੰਦੇ ਉਹਨਾਂ ਕੋਲ ਹੋਰ ਚਾਰਾ ਹੁਣ ਕੋਈ ਨਹੀਂ ਹੈ। ਜੀ ਚੀਜ਼ਾਂ ਨੇ, ਇਹ ਚੀਜ਼ਾਂ ਸਾਨੂੰ ਆਪ ਸਾਡੀ ਲੀਡਰਸ਼ਿਪ ਨੂੰ ਬਿਲਕੁਲ ਸੋਚ ਸਮਝ ਕੇ ਸੰਗਤ ਅੱਗੇ ਰੱਖਣੀਆਂ ਚਾਹੀਦੀਆਂ ਕਿ 1947 ਦੇ ਵਿੱਚ ਸਿੱਖਾਂ ਦੇ ਕੋਲ ਐਡੀ ਤਾਕਤ ਸੀ ਕਿ ਉਹ ਆਪਣਾ ਖਾਲਿਸਤਾਨ ਲੈ ਲੈਂਦੇ, ਪਾਕਿਸਤਾਨ ਦੇ ਨਾਲ ਚੁਆਇਸ ਸੀਗੀ। ਜੇ ਅਸੀਂ ਉਸ ਵੇਲੇ ਇਸ ਚੁਆਇਸ ਨੂੰ ਛੱਡਿਆ, ਉਹ ਤੋਂ ਬਾਅਦ ਅਸੀਂ ਦੇਖੋ 1984 ਦਾ ਇੱਕ ਸੰਤਾਪ ਹੋ ਗਿਆ, ਫਿਰ ਅਸੀਂ 70 ਸਾਲਾਂ ਦੇ ਵਿੱਚ ਕਿੰਨਾ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋਇਆ ਫਰੋਮ ਇਕਨੋਮਿਕ ਫਰੰਟ, ਕਿਸੇ ਪਾਸੇ ਵੀ ਦੇਖ ਲਓ, ਪੋਲੀਟੀਕਲੀ, ਇਕਨੋਮਿਕਲੀ। ਸਾਡੀ ਜਿਹੜੀ ਪੰਜਾਬ ਦਾ ਸੱਭਿਆਚਾਰ, ਪੰਜਾਬ ਦੀ ਜੋ ਆਪਣਾ ਸਿੱਖੀ ਰਵਾਇਤਾਂ, ਸਿੱਖ ਹਿਸਟਰੀ, ਸਿੱਖ ਧਰਮ, ਹਰ ਪਾਸਿਓਂ ਢਾਹ ਲੱਗੀ ਹੈ ਸਾਨੂੰ ਜੀ। ਸੋ ਉਹ ਚੀਜ਼ਾਂ ਇੱਕਦਮ ਤੁਸੀਂ ਅਨਵਾਇੰਡ ਨਹੀਂ ਕਰ ਸਕਦੇ, ਕਿਉਂਕਿ ਜੇ ਅੱਜ ਤੁਸੀਂ ਕੋਈ ਵੀ ਲੜਾਈ, ਜੇ ਸਿੱਖਾਂ ਦੇ ਕੋਲ ਹੋਰ ਕੋਈ ਤਰੀਕਾ ਨਹੀਂ, ਜੇ ਇਨੀ ਸਕਸੈਸਫੁਲ ਹੋਣਾ ਤਾਂ ਇੱਕੋ ਲੜਾਈ ਲੜਨੀ ਪੈਣੀ ਹੈ ਕਿ ਇਸ ਵੇਲੇ ਜੇ 1947 ਦੇ ਵਿੱਚ ਇਨੀ ਹਿੰਦੁਸਤਾਨ ਦੇ ਨਾਲ ਰਹਿਣ ਦਾ ਫੈਸਲਾ ਕੀਤਾ ਤੇ ਅੱਜ ਇਹਨਾਂ ਨੂੰ ਆਪਣੀ ਜਿਹੜੀ ਲੜਾਈ ਹੈ ਉਹਨੂੰ ਖਾਲਿਸਤਾਨ ਦੀ ਲੜਾਈ ਕਹਿ ਦਿਓ, ਆਜ਼ਾਦੀ ਦੀ ਲੜਾਈ ਕਹਿ ਦਿਓ, ਉਹਨੂੰ ਸਿੱਖੀ ਦੇ ਬੋਲਬਾਲੇ ਦੀ ਲੜਾਈ ਕਹਿ ਦਿਓ, ਜੋ ਮਰਜ਼ੀ ਨਾਂ ਲੈ ਦਿਓ, ਪਰ ਉਹ ਲੜਾਈ ਇਹਨਾਂ ਨੂੰ ਜੋ ਹਿੰਦੁਸਤਾਨ ਦੀ ਜਨਤਾ, ਜਿਹੜੀ ਆਮ ਜਨਤਾ, ਜਿਹੜੀ ਕਿ ਮੈਂ ਕਹਿੰਦਾ ਨੀਅਰਲੀ 50% ਤੋਂ ਉੱਤੇ ਆਮ ਲੋਕ ਨੇ ਜਿਨ੍ਹਾਂ ਦਾ ਪੋਲੀਟਿਕਸ ਨਾਲ ਕੋਈ ਲੈਣਾ ਦੇਣਾ ਨਹੀਂ, ਜਿਹੜੀ ਕਿ ਇੱਕ ਬੜੀ ਸ਼ਾਂਤੀ ਭਰੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਆ, ਉਹਨਾਂ ਦਾ ਸਾਥ ਲੈ ਕੇ ਜਿਹੜਾ ਕਿ ਇਸ ਵੇਲੇ ਕਰਪਸ਼ਨ ਹਾਈਐਸਟ ਲੈਵਲ ਤੇ ਹੈ, ਕ੍ਰਾਈਮ ਹਾਈਐਸਟ ਲੈਵਲ ਤੇ ਹੈ, ਕੋਈ ਲਾਅ ਐਂਡ ਆਰਡਰ ਨਹੀਂ ਹੈਗੀ, ਕੋਈ ਗਵਰਨੈਂਸ ਨਹੀਂ ਹੈਗੀ ਉੱਥੇ। ਸੋ ਇਹ ਹੁਣ ਇੰਟਰਨੈਸ਼ਨਲ ਕਮਿਊਨਿਟੀ 'ਚ ਸਾਰਾ ਲੋਕਾਂ ਨੇ ਦੇਖ ਲਿਆ। ਇਹਨਾਂ ਚੀਜ਼ਾਂ ਦੇ ਉੱਤੇ, ਇਹਨਾਂ ਚੀਜ਼ਾਂ ਨੂੰ ਏਜੰਡਾ ਬਣਾ ਕੇ ਜੇ ਅਸੀਂ ਫਾਈਟ ਕਰਾਂਗੇ ਤੇ ਨਾਲ ਸਾਡੇ ਜੋ ਹੁਣ ਤੇ ਉਹ ਪਹਿਲੇ 3 ਕਾਲੇ ਕਾਨੂੰਨਾਂ ਦੀ ਗੱਲ ਹੋ ਰਹੀ ਸੀ ਤੇ ਅੱਜ ਤੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ ਜੀ। ਨਾਰਾ ਇਨਕਲਾਬ ਜਿੰਦਾਬਾਦ ਦਾ ਹੀ ਲੱਗੇਗਾ ਤੇ ਪੂਰੀ ਜੇ ਹਿੰਦੁਸਤਾਨ ਦੀ ਇਹੋ ਜੋ ਆਵਾਮ ਨੂੰ ਨਾਲ ਲੈ ਕੇ ਜੋ ਵੀ ਲੜਾਈ ਲੜਨਗੇ ਤੇ ਉਹਦਾ ਰਿਜ਼ਲਟ, ਉਹਦਾ ਜੋ ਵੀ ਨਿਕਲੇਗਾ, ਉਹ ਇੱਕ ਸਿੱਖਾਂ ਲਈ ਇੱਕ ਬਹੁਤ ਹੀ ਚੜ੍ਹਦੀ ਕਲੀ ਵਾਲਾ ਪ੍ਰਤੀਕ ਹੋਏਗਾ, ਚੜ੍ਹਦੀ ਵਾਲਾ ਇੱਕ ਰਿਜ਼ਲਟ ਹੋਏਗਾ ਜੀ। ਸੋ ਇਸ ਵੇਲੇ ਬਹੁਤ ਹੀ ਜ਼ਰੂਰਤ ਹੈ ਕਿ ਖਾਸ ਕਰਕੇ ਜਿਹੜੀਆਂ ਸਾਡੇ ਆਪਣੇ ਇੰਸਟੀਟਿਊਸ਼ਨਸ ਹੈ, ਅਕਾਲ ਤਖਤ, ਮੀਰੀ ਪੀਰੀ ਦਾ ਸਿਧਾਂਤ, ਜੇ ਸਾਡੇ ਆਪਣੇ ਇੰਸਟੀਟਿਊਸ਼ਨਸ ਹੀ ਆਜ਼ਾਦ ਨਹੀਂ ਤੇ ਅਸੀਂ ਖਾਲਸਾ ਰਾਜ ਦੀ ਗੱਲ ਕਿਸ ਬੇਸ ਤੇ ਕਰ ਸਕਦੇ ਹਾਂ, ਕਿਸ ਮੂੰਹ ਨਾਲ ਕਰ ਸਕਦੇ ਹਾਂ ਜੀ। ਮੇਰੀ ਤਾਂ ਸਾਰੀ ਸਿੱਖ ਜਗਤ ਨੂੰ ਇਹੋ ਅਪੀਲ ਹੈ ਕਿ ਬਹੁਤ ਹੀ ਇੱਕ ਖਤਰਨਾਕ ਵੀ ਕਹਿ ਸਕਦੇ, ਇੱਕ ਵਧੀਆ ਓਪਰਚੁਨਿਟੀ ਵੀ ਕਹਿ ਸਕਦੇ ਹਾਂ ਕਿ ਜਿਸ ਮੋੜ ਤੇ ਅਸੀਂ ਅੱਜ ਖੜੇ ਹਾਂ, ਇਸ ਮੋੜ ਤੇ ਜੇ ਅੱਜ ਅਸੀਂ ਆਪਣਾ ਯੋਗਦਾਨ ਜਿਸ ਤਰੀਕੇ ਨਾਲ ਵੀ ਪਾ ਸਕਦੇ ਹਾਂ, ਸਾਰੇ ਆਪਣੇ ਪਿੰਡਾਂ 'ਚ ਫੋਨ ਕਰੋ, ਜਿੰਨੇ ਵੀ ਹੈ ਉਹਨਾਂ 'ਚ ਜਿੰਨੇ ਵੀ ਵੱਧ ਚੜ੍ਹ ਕੇ ਇਸ ਮੋਰਚੇ ਨੂੰ ਜੇ ਅਸੀਂ ਅੱਜ ਡਿੱਗਣ ਦਿੱਤਾ ਤੇ ਆਉਣ ਵਾਲੀਆਂ ਨਸਲਾਂ ਇਸ ਦਾ ਬਹੁਤ ਵੱਡਾ ਖਮਿਆਜਾ ਭੁਗਤਣਗੀਆਂ। ਤੇ ਜੋ ਵੀ ਅਸੀਂ ਯੋਗਦਾਨ, ਤਿਲ ਫੁੱਲ, ਜੋ ਵੀ ਕਿਸੇ ਤਰੀਕੇ ਦਾ ਵੀ ਅਸੀਂ ਹੈਲਪ ਇਹਦੇ 'ਚ ਕਰ ਸਕਦੇ ਹਾਂ, ਅੱਜ ਲੋੜ ਹੈ ਉਸ ਹੈਲਪ ਦੀ ਜੀ। ਬਿਲਕੁਲ ਜੀ। ਹਾਂਜੀ ਅਟਵਾਲ ਜੀ, ਜਿਸ ਤਰ੍ਹਾਂ ਆਪਾਂ ਦੇਖਿਆ ਜੀ ਇਹਨਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਵੀ, ਗਾਜ਼ੀਪੁਰ ਵਾਲੇ ਹੁਣ ਮੋਰਚੇ ਤੋਂ ਬਾਅਦ ਵੀ, ਅਸੀਂ ਹੁਣ ਜਿਹੜੀ ਚੀਜ਼ ਇੰਪੋਰਟੈਂਟ ਜਿਹੜੀ ਅਸੀਂ ਦੇਖੀ ਹੈ ਉਹ ਜਿੱਦਾਂ ਕਿਸਾਨ ਜਿਹੜੇ ਆਗੂ ਹੈਗੇ ਨੇ ਉਹਨਾਂ ਨੇ ਜਦੋਂ ਸ਼ੁਰੂ ਕੀਤਾ ਸੀ ਮੋਰਚਾ, ਉਦੋਂ ਵੀ ਕਿਹਾ ਸੀ ਅਸੀਂ ਪੀਸਫੁਲ ਰਹਾਂਗੇ, ਹਨਾ, ਸਟ੍ਰੈਟਜੀ ਤੇ ਕੰਮ ਕਰਾਂਗੇ, ਪੀਸਫੁਲੀ ਅਸੀਂ ਜੋ ਪ੍ਰੋਟੈਸਟ ਕਰਾਂਗੇ। ਹੁਣ ਵੀ ਉਹਨਾਂ ਦੇ ਲੇਟੈਸਟ ਜੇ ਤੁਸੀਂ ਕੱਲ ਦੀਆਂ ਵੀ ਗੱਲਾਂ ਸੁਣ ਲਓ ਤਾਂ ਵੀ ਇਹੀ ਨੇ ਕਿ ਉਹ ਕਹਿ ਰਹੇ ਕਿ ਅਸੀਂ ਇਹ ਜਿਹੜਾ ਜੋ ਪ੍ਰੋਟੈਸਟ ਹੈਗਾ ਆ ਪੀਸਫੁਲੀ ਹੀ ਰੱਖਣਾ ਹੈਗਾ ਆ, ਹਨਾ ਜੀ। ਵਾਰ-ਵਾਰ ਉਹ ਇਹੀ ਗੱਲ ਕਹਿ ਰਹੇ ਹੈਗੇ ਨੇ ਕਿ ਇਹ ਲੜਾਈ ਜਿਹੜੀ ਹੈਗੀ ਹੈ, ਇਹ ਸਾਡਾ ਜੋ ਮੂਵਮੈਂਟ ਹੈਗੀ ਹੈ, ਇਕੱਲੇ ਜਿਹੜੇ ਕਾਨੂੰਨ ਹੈ ਇਹ ਸਿਰਫ ਪੰਜਾਬ 'ਚ ਲਾਗੂ ਨਹੀਂ ਹੋਣੇ, ਪੂਰੇ ਇੰਡੀਆ 'ਚ ਹੀ ਇਹ ਲਾਗੂ ਹੋਣੇ ਆ ਤੇ ਓਬਵੀਅਸਲੀ ਫਿਰ ਅਸਰ ਵੀ ਪੂਰੇ ਇੰਡੀਆ 'ਚ ਹੋਣਾ ਹੈਗਾ ਆ। ਸੋ ਚਲੋ ਖੈਰ, ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਜਿਹੜੀ ਹੈ ਇੰਨੇ ਸੰਜੀਦਾ ਜਿਹੜੇ ਮਸਲੇ ਹੈਗੇ ਆ ਉਹਨਾਂ ਨੂੰ ਸਮਝੇ
ਤੇ ਜਿਹੜਾ ਵੀ ਕੋਈ ਹੱਠ ਹੈ ਉਹਨਾਂ ਦਾ ਉਹਨੂੰ ਛੱਡੇ, ਤੇ ਜਿਹੜਾ ਕਹਿ ਲਓ ਵੀ ਜੋ ਲੋਕ ਆਵਾਜ਼ ਹੈ, ਪੂਰੇ ਦੇਸ਼ ਦੀ ਆਵਾਜ਼ ਹੈ, ਉਹਨੂੰ ਜੋ ਹੈ ਐਡਰੈਸ ਕਰੇ, ਹਨਾ ਜੀ। ਸੋ ਅਸੀਂ ਚਲੋ ਇਹੀ ਸਾਡੀ ਅਰਦਾਸ ਹੈਗੀ ਹੈ ਕਿ ਬਿਨਾਂ ਕਿਸੇ ਵਾਇਲੈਂਸ ਤੋਂ ਕਹਿ ਲਓ ਵੀ ਇਹਨਾਂ ਮਸਲਿਆਂ ਦਾ ਹੱਲ ਹੋ ਜੇ, ਹਨਾ ਜੀ। ਅਸੀਂ ਬਾਰ-ਬਾਰ ਅਸੀਂ ਇਹੀ ਉਮੀਦ ਕਰਦੇ ਹਾਂ, ਹਰੇਕ ਐਪੀਸੋਡ ਦੇ ਵਿੱਚ ਅਸੀਂ ਇਹੀ ਕਹਿੰਦੇ ਹਾਂ ਜੀ, ਹਨਾ। ਸੋ ਅਟਵਾਲ ਜੀ, ਗੱਲ ਇਹ ਹੈ ਵੀ ਜੇ ਹੁਣ ਅਸੀਂ ਥੋੜਾ ਜਿਹਾ ਮੋੜਾ ਕੱਟੀਏ ਆਪਣੀ ਐਜੂਕੇਸ਼ਨ ਵਾਲੇ ਪਾਸੇ ਨੂੰ, ਜਿਸ ਤਰ੍ਹਾਂ ਅਸੀਂ ਗੱਲ ਕਰਦੇ ਸੀ ਪਹਿਲਾਂ ਜੀ ਕਿ ਸਾਡੀਆਂ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਵਿੱਚ ਕਹਿ ਲਓ ਪਿਛਲੇ 10 ਕੁ ਸਾਲ ਦੇ ਸਪੈਨ ਦੇ ਵਿੱਚ ਕਾਫੀ ਕਹਿ ਲਓ ਸਪਾਈਕ ਸਾਨੂੰ ਦੇਖਣ ਨੂੰ ਮਿਲਿਆ ਅਕੈਡਮੀਜ਼ ਦੇ ਵਿੱਚ, ਕਿ ਜਿਹੜਾ ਨੰਬਰ ਜਿਹੜੇ 130 ਹੋ ਗਏ ਜੀ, ਹਨਾ, ਬੜੀ ਛੇਤੀ। ਤੇ ਹੁਣ ਕਿਆ ਉਹ ਜੋ ਗ੍ਰਾਫ ਹੈਗਾ ਆ, ਹੁਣ ਤੁਸੀਂ ਕਿੱਧਰ ਨੂੰ ਉਹ ਕਹਿ ਲਓ ਵੀ ਉਹ ਗ੍ਰਾਫ ਜਾਂਦਾ ਦੇਖ ਰਹੇ ਹੋ? ਕਿਆ ਹੁਣ ਅਕੈਡਮੀਆਂ ਅੱਗੇ ਨੰਬਰ ਉਹ ਵੱਧ ਰਹੇ ਨੇ? ਬਿਲਕੁਲ ਸਹੀ ਬੱਬਲ ਸਾਹਿਬ, ਜੋ ਤੁਸੀਂ ਕਿਹਾ ਕਿ ਜੋ ਵੀ ਮੋਰਚਾ ਉਹਦੀ ਜਿੱਤ ਸਿਰਫ ਇੱਕ ਪੁਆਇੰਟ ਤੇ ਜਿਹੜੇ ਕਿਸਾਨਾਂ ਨੇ ਵੀ ਬਹੁਤ ਜ਼ੋਰ ਦਿੱਤਾ ਕਿ ਅਸੀਂ ਪੀਸਫੁਲ ਰਹਾਂਗੇ ਤੇ ਸਾਨੂੰ ਕੋਈ ਹਰਾ ਨਹੀਂ ਸਕਦਾ ਜੀ, ਕਿਉਂਕਿ ਸਰਕਾਰਾਂ ਕੋਲ ਤਾਕਤ ਬਹੁਤ ਵੱਡੀ ਹੈ। ਅਸੀਂ ਦੇਖ ਲਿਆ ਅਸੀਂ ਇਹਨਾਂ ਦੀ ਪਾਲਿਸੀ ਦੇਖ ਲਈ, ਖੂਨ ਕਾ ਬਦਲਾ ਖੂਨ ਦੀ ਪਾਲਿਸੀ ਸਰਕਾਰਾਂ ਨੇ ਖੇਲੀ, ਕਿਉਂਕਿ ਉਹਨਾਂ ਕੋਲ ਐਡੀ ਸਟਰੈਂਥ ਆ, ਜੀ, ਜਿੱਤ ਸਕਦੇ। ਫਿਰ ਬੁਲਟ ਫॉर ਬੁਲਟ ਦੀ ਪਾਲਿਸੀ ਨਹੀਂ ਸਾਡੇ ਨਾਲ ਖੇਲੀ, ਉਹਨੂੰ ਵੀ ਨਹੀਂ ਜਿੱਤ ਸਕਦੇ। ਜੀ, ਹੁਣ ਇੱਕੋ ਹੀ ਤਰੀਕਾ ਹੈਗਾ ਕਿ ਪੀਸਫੁਲ ਰਹਿਣਾ, ਤੇ ਬਾਕੀ ਇਹ ਹੈ ਕਿ ਆਪਣੀ ਸੈਲਫ ਡਿਫੈਂਸ ਜੋ ਵੀ ਕਰਨਾ ਉਹ ਤੇ ਹਮੇਸ਼ਾ ਜਾਇਜ਼ ਹੈ। ਸਾਨੂੰ ਗੁਰੂ ਸਾਹਿਬਾਨ ਨੇ ਹੁਕਮ ਹੀ ਦਿੱਤਾ ਕਿ ਪਹਿਲਾਂ ਹਮਲਾ ਕਰਨਾ ਨਹੀਂ, ਜੀ, ਇਹ ਸਾਡੇ ਤੇ ਹਮਲਾ ਹੁੰਦਾ ਤੇ ਉਹਦਾ ਅਸੀਂ ਜਵਾਬ ਆਪਣਾ ਪੂਰੀ ਤਾਕਤ ਦੇ ਨਾਲ ਦੇਣਾ। ਜੀ, ਇਹਨਾਂ ਚੀਜ਼ਾਂ ਦੇ ਅਸੀਂ ਫੇਲ ਹੋਏ ਹਾਂ। 1984 ਚ ਵੀ ਅਸੀਂ ਇਹਨਾਂ ਚੀਜ਼ਾਂ ਤੇ ਫੇਲ ਹੋਏ ਹਾਂ, ਕਿਉਂਕਿ ਉਸ ਵੇਲੇ ਕਿਸੇ ਦੇ ਮਨ ਦੇ ਵਿੱਚ ਇਹ ਗੱਲ ਨਹੀਂ ਸੀਗੀ ਕਿ ਹਾਂ ਕਿ ਸਾਨੂੰ ਇਹ ਜਾਨੋਂ ਹੀ ਮਾਰ ਦੇਣਗੇ। ਜੀ, ਸੋਚਿਆ ਸੀ ਵੀ ਚਲੋ ਮਾੜਾ ਮੋਟਾ ਹੁੰਦਾ ਏਦਾਂ ਖੜਕਾ ਦੜਕਾ ਤੇ ਹਟ ਜਾਏਗਾ, ਹੈ ਨਾ। ਜੀ, ਕਿਸੇ ਦੀ ਦੂਸਰੀ ਕੋਈ ਤਿਆਰੀ ਵੀ ਨਹੀਂ ਸੀ, ਆਪਣੀ ਸੈਲਫ ਡਿਫੈਂਸ ਦੀ ਕਿਸੇ ਦੀ ਤਿਆਰੀ ਨਹੀਂ। ਤੁਸੀਂ ਵੱਡੀ ਡੈਮੋਕ੍ਰੇਸੀ ਦੀ ਗੱਲ ਕੀਤੀ ਹੈ ਤੇ ਤੁਸੀਂ ਹਰ ਇੱਕ ਸਿਟੀਜ਼ਨ ਨੂੰ ਇਹ ਸੋਚਦਾ ਕਿ ਸਰਕਾਰਾਂ ਸਾਨੂੰ ਪ੍ਰੋਟੈਕਟ ਕਰਨ ਲਈ, ਪਰ ਉਦੋਂ ਤਾਂ ਸਰਕਾਰਾਂ ਸਾਰੀਆਂ ਸਾਨੂੰ ਮਾਰਨੇ ਤੇ ਲੱਗੀਆਂ ਹੋਈਆਂ ਸੀ। ਇਹਦੇ 'ਚ ਕੋਈ ਸ਼ੱਕ ਵਾਲੀ ਦੋ ਰਾਏ ਨਹੀਂ ਹੈਗੀ। ਜੀ, ਗੱਲ ਪੀਸਫੁਲ ਦੀ ਆ ਜਾਂਦੀ, ਉੱਥੇ ਗੱਲ ਆ ਜਾਂਦੀ ਹੈ ਡਾਇਲੋਗ ਐਂਡ ਨੈਗੋਸ਼ੀਏਸ਼ਨ ਦੀ ਗੱਲ ਆ ਜਾਂਦੀ ਹੈ, ਤੇ ਉੱਥੇ ਆ ਜਾਂਦੀ ਗੱਲ ਐਜੂਕੇਸ਼ਨ ਦੀ। ਸੋ ਇਹ ਬੜੀ ਦੂਰ ਅੰਦੇਸ਼ੀ ਜਿਹੜੇ ਪੰਥਕ ਸੇਵਾ ਦੇ ਵਿੱਚ ਆਪਣੀ ਪੂਰੀ ਲਾਈਫ ਜਿਨ੍ਹਾਂ ਨੇ ਕੁਰਬਾਨ ਕਰ ਦਿੱਤੀ, ਬਾਬਾ ਇਕਬਾਲ ਸਿੰਘ ਜੀ, ਉਹਨਾਂ ਦੀ ਵੀ ਬੜੀ ਇਹ ਦੂਰ ਅੰਦੇਸ਼ੀ ਸੀਗੀ ਕਿ ਜਿਹੜੇ ਸਾਡਾ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਘੱਟ ਕੇ ਹਰ ਜਨਰੇਸ਼ਨ ਦੇ ਵਿੱਚ ਅੱਧੀ ਹੋ ਰਹੀ ਹੈ, ਆਲਮੋਸਟ ਅੱਧੀ ਹੋ ਰਹੀ ਹੈ, ਜਿਹੜੀ ਹੁਣ 5 ਏਕੜ ਤੱਕ ਆ ਗਏ, ਤੇ ਉਹਨਾਂ ਦਾ ਤਾਂ ਆਪਣਾ ਗੁਜ਼ਾਰਾ ਵੀ ਬੜਾ ਮੁਸ਼ਕਲ ਹੈ। 5 ਏਕੜ ਤੋਂ ਥੱਲੇ ਤੁਸੀਂ ਆਪਣਾ ਮਤਲਬ ਜਿਹੜੀ ਫੈਮਿਲੀ ਦੀ ਸਸਟੇਨੇਬਿਲਿਟੀ ਦਾ ਇਸ਼ੂ ਹੈ। ਜੀ, ਸੋ ਉਹਨਾਂ ਨੇ ਫਿਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਜਿਹੜਾ ਕਲਗੀਧਰ ਟਰੱਸਟ ਦਾ ਗ੍ਰਾਫ ਹੈ ਕਿ ਉਹ ਮੈਨੂੰ ਲੱਗਦਾ ਪਿਛਲੇ 10 ਸਾਲਾਂ ਦੇ ਵਿੱਚ ਨੀਅਰਲੀ ਆਪਣੇ ਰੂਰਲ ਏਰੀਆ 'ਚ ਪਿੰਡਾਂ ਦੇ ਵਿੱਚ ਸਿਰਫ ਉਹ ਵੀ ਜਿਹੜੀ ਕਿਸਾਨ ਕਮਿਊਨਿਟੀ ਬਾਬਾ ਜੀ ਕੋਲ ਆਈ, ਉਹਨਾਂ ਕੋਲ ਉੱਥੇ ਬੜੂ ਸਾਹਿਬ ਆ ਕੇ ਉਹਨੀ ਇੱਕ ਤਰ੍ਹਾਂ ਦਾ ਬਹੁਤ ਹੀ ਵੱਡਾ ਇੱਕ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਸਾਡੇ ਜਿਹੜੇ ਬੱਚੇ ਆ ਨਾ ਐਜੂਕੇਸ਼ਨ 'ਚ ਜਾ ਰਹੇ, ਨਾ ਬਹੁਤ ਡਰੱਗ ਦੇ ਵਿੱਚ ਜਾ ਰਹੇ ਨੇ, ਤੇ ਸਾਡਾ ਫਸਲਾਂ ਦੀ ਕੋਈ ਇਨਕਮ ਨਹੀਂ ਰਹੀ, ਤੇ ਇਹਦਾ ਕੁਝ ਇਲਾਜ ਕਰੋ। ਜੀ, ਤਾਂ ਉਹਦਾ ਇਲਾਜ ਇੱਕੋ ਹੀ ਸੀਗਾ ਕਿ ਬਾਬਾ ਜੀ ਨੇ ਕਿਹਾ ਕਿ ਜਿੰਨੇ ਸਕੂਲ ਖੋਲ ਸਕਦੇ ਖੋਲੋ। ਜੀ, 100 ਸਕੂਲ 10-12 ਸਾਲਾਂ 'ਚ ਜਿਹੜਾ ਖੁੱਲਿਆ, ਉਹ ਬਹੁਤ ਵੱਡਾ ਇੱਕ ਸੰਗਤਾਂ ਦਾ ਬੜਾ ਸਹਿਯੋਗ ਸੀ, ਫਾਰਮਰਸ ਦਾ ਬੜਾ ਸਹਿਯੋਗ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਉਹਨੀ ਜ਼ਮੀਨਾਂ ਦਿੱਤੀਆਂ। ਜੀ, ਡਿਸਟ੍ਰਿਕਟ ਹੁਸ਼ਿਆਰਪੁਰ ਡਿਸਟ੍ਰਿਕਟ ਸਭ ਤੋਂ ਪਹਿਲੀ ਅਕੈਡਮੀ ਸਾਡੇ ਪਿੰਡ ਮੱਖਣਗੜ੍ਹ ਬਣੀ। ਜੀ, ਆਪ ਉਸ ਹਰ ਇੱਕ ਚੀਜ਼ ਦਾ ਦੇਖਦਾ ਕਿ ਮੈਂ 13 ਸਾਲ ਉਸ ਪਿੰਡ ਦੇ ਵਿੱਚ ਰਹਿ ਕੇ ਇੱਕ ਸਰਕਾਰੀ ਸਕੂਲ 'ਚ ਪੜ੍ਹਿਆ, ਤੇ ਹੁਣ ਮੈਂ ਜਦੋਂ ਜਾ ਕੇ ਦੇਖਦਾ ਉਸ ਅਕੈਡਮੀ ਦੀ ਪਰਫਾਰਮੈਂਸ, ਮੈਂ ਜਿਹਦਾ ਲੱਖ ਕਰੋੜਾਂ ਉਹਨਾਂ ਨੂੰ ਨਮਸਕਾਰ ਕਰਦਾ, ਉਹਨਾਂ ਦਾ ਧੰਨਵਾਦ ਕਰਦਾ ਕਿ ਜਿਹੜੀ ਉਹਨੇ ਮੇਰੀ ਬੇਨਤੀ ਮਨਜ਼ੂਰ ਕਰਕੇ ਉੱਥੇ ਅਕੈਡਮੀ ਬਣਾਈ। ਤੇ ਜਿਹੜਾ ਪਹਿਲਾ ਬੈਚ 10th ਸਟੈਂਡਰਡ ਦਾ ਹੁਣ ਪਿਛਲੇ ਸਾਲ ਗਿਆ, ਉਹ ਪੂਰੇ ਡਿਸਟ੍ਰਿਕਟ 'ਚ ਉਹਨੇ ਟੌਪ ਕੀਤਾ। ਤੇ ਪਿੰਡ ਜਿਹੜਾ ਕਿ ਛੋਟਾ ਜਿਹਾ ਪਿੰਡ, ਮੈਂ ਹਰ ਇੱਕ ਉੱਥੇ ਦੀ ਮੁਸੀਬਤ ਦੇਖੀ ਹੈ, ਐਜੂਕੇਸ਼ਨ ਸਿਸਟਮ ਦੇਖਿਆ, ਫਿਰ ਉਹੀ ਐਜੂਕੇਸ਼ਨ ਸਿਸਟਮ ਦਿੱਲੀ ਜਾ ਕੇ ਕੰਪੇਅਰ ਕੀਤਾ, ਉਹੀ ਆ ਕੇ ਇੱਥੇ ਇੰਗਲੈਂਡ 'ਚ ਕੰਪੇਅਰ ਕੀਤਾ। ਸੋ ਇਹਨਾਂ ਪ੍ਰੋਬਲਮਸ ਦਾ ਸਾਨੂੰ ਮਤਲਬ ਬਹੁਤ ਹੀ ਸਫਰ ਕਰਨਾ ਪਿਆ ਥਰੂ ਆਊਟ ਆਵਰ ਲਾਈਫ। ਮੇਰਾ ਇਹੋ ਵਿਚਾਰ ਸੀ ਕਿ ਨਹੀਂ, ਉਹ ਸਾਡੇ ਪਿੰਡ ਦਾ ਹੋਰ ਬੱਚਾ ਨਾ ਉਹ ਇਸ ਚੀਜ਼ ਦੇ ਵਿੱਚੋਂ ਲੰਘੇ। ਸੋ ਮੈਂ ਜਦੋਂ ਰਿਜ਼ਲਟ ਦੇਖਦਾ ਤਾਂ ਮੈਂ ਤੇ ਇਸ ਵੇਲੇ ਜੇ ਹਰ ਪ੍ਰੋਗਰਾਮ 'ਤੇ ਅਸੀਂ ਕਰੀਦਾ ਕਿ ਰੀਬੂਟ ਪੰਜਾਬ ਦੀ, ਜੇ ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ, ਬਾਬਾ ਜੀ ਨਹੀਂ ਕਹਿੰਦੇ ਕਿ ਸਾਨੂੰ ਤੁਸੀਂ ਕਲਗੀਧਰ ਟਰੱਸਟ ਨੂੰ ਹੀ ਸਪੋਰਟ ਕਰੋ। ਉਹ ਕਹਿੰਦੇ ਵੀ ਸਾਡੇ ਪੈਟਰਨ ਦੇ ਉੱਤੇ, ਕਲਗੀਧਰ ਟਰੱਸਟ ਦੇ ਪੈਟਰਨ ਦੇ ਉੱਤੇ, ਜਿੱਥੇ ਕਿ ਸਿੱਖੀ ਸਰੂਪ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ, ਗੁਰਬਾਣੀ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ, ਆਪਣੇ ਇਤਿਹਾਸ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ, ਕਿਉਂਕਿ ਇਹ ਚੀਜ਼ਾਂ ਕਿਸੇ ਸਰਕਾਰੀ ਸਕੂਲ ਦੇ ਵਿੱਚ ਬਿਲਕੁਲ ਏਜੰਡਾ ਹੀ ਖਤਮ ਹੋ ਗਿਆ। ਸਿੱਖ ਧਰਮ ਦਾ ਏਜੰਡਾ ਖਤਮ ਕਰਤਾ, ਸਿੱਖ
ਹਿਸਟਰੀ ਦਾ ਏਜੰਡਾ ਖਤਮ ਕਰ ਦਿੱਤਾ। ਨਿਤਨੇਮ, ਸਪਿਰਿਚੁਅਲਿਟੀ, ਅਧਿਆਤਮਵਾਦ ਤਾਂ ਦੂਰ ਦੀਆਂ ਗੱਲਾਂ ਰਹਿ ਗਈਆਂ। ਜੀ ਸੋ ਇਹਨਾਂ ਚੀਜ਼ਾਂ ਦੇ ਉੱਤੇ ਬਾਬਾ ਜੀ ਦਾ ਸੀਗਾ ਕਿ ਜੇ 500 ਸਕੂਲ ਦਾ ਟਾਰਗੇਟ ਅਸੀਂ ਪੂਰਾ ਕਰ ਲੈਂਦੇ ਹਾਂ ਤੇ ਪੰਜਾਬ ਬਚ ਜਾਏਗਾ। ਜੀ ਦੇਖੋ ਕਿਸ ਤਰ੍ਹਾਂ ਹੈ ਕ੍ਰਿਸਚੀਅਨਿਟੀ ਤੁਹਾਨੂੰ ਆਪਣਾ ਕਿਸ ਤਰ੍ਹਾਂ ਦੇ ਫਾਈਨੈਂਸ਼ੀਅਲ ਮੋਨਿਟਰੀ ਲਾਲਚ ਦੇ ਦੇ ਕੇ ਉਹ ਇਹ ਵੀ ਕਹਿ ਰਹੇ ਕਿ ਤੁਸੀਂ ਸਿੱਖੀ ਸਰੂਪ 'ਚ ਰਹੋ, ਜੋ ਵੀ ਹੈ ਕੁਛ ਨਹੀਂ, ਬਸ ਕ੍ਰਿਸਚੀਅਨਿਟੀ ਦਾ ਲੈਵਲ ਲਾ ਰਹੇ ਨੇ ਉਹਨਾਂ ਦੇ ਉੱਤੇ, ਹੈ ਨਾ। ਜੀ ਉਹ ਬਹੁਤ ਇਹ ਜਿਹੜਾ ਗ੍ਰਾਫ ਤੇ ਫਿਰ ਦੇਖੋ ਇੱਕਦਮ ਸਟੈਂਡ ਸਟਿਲ ਹੋ ਗਿਆ, ਕਿਉਂਕਿ ਜਿੰਨੀਆਂ ਅਕੈਡਮੀਜ਼ ਉਹ 10+2 ਤੱਕ ਕਵਰ ਕਰਦੀਆਂ ਨੇ। ਜੀ 10+2 ਤੋਂ ਬਾਅਦ ਫਿਰ ਯੂਨੀਵਰਸਿਟੀ ਜਾਣਾ ਉਹ ਵੀ ਚਾਹੀਦੀ ਸੀਗੀ। ਜੀ ਯੂਨੀਵਰਸਿਟੀ ਇੱਕ ਗੁਰੂ ਕੀ ਕਾਸ਼ੀ ਯੂਨੀਵਰਸਿਟੀ ਜਿਹੜੀ ਕਿ ਹਾਲੇ 1/3 ਲਾਸਟ ਫੇਜ਼ ਰਹਿੰਦਾ ਕੰਪਲੀਟ ਹੋਣ ਦਾ, ਉਹਦੇ 'ਚ ਉਹ ਵੀ ਬਹੁਤ ਜ਼ਰੂਰੀ ਸੀ। ਉਸ ਕਰਕੇ ਸਕੂਲਾਂ ਦਾ ਜਿਹੜਾ ਗ੍ਰਾਫ ਹੈ ਉਹ ਬਿਲਕੁਲ ਸਟੈਂਡ ਸਟਿਲ ਹੋ ਗਿਆ, ਕਿਉਂਕਿ ਕਈ ਸਾਲਾਂ ਤੋਂ 130 ਤੇ ਗੱਲ ਅੜੀ ਹੋਈ ਹੈ, ਜਦ ਕਿ ਹਾਲੇ ਸਾਡੇ ਕੋਲ ਨੀਲੀ 15-16 ਹੋਰ ਲੈਂਡ ਡੋਨੇਸ਼ਨਸ ਆਈਆਂ ਹੋਈਆਂ ਨੇ। ਜੀ ਕੈਪੀਟਲ ਨਾ ਹੋਣ ਕਰਕੇ ਉਹ ਨਹੀਂ ਐਕਸਪੈਂਸ਼ਨ ਹੋ ਰਿਹਾ। ਤੇ ਕਲਗੀਧਰ ਟਰਸਟ ਦਾ ਵੀ ਹਾਲੇ ਮੈਨੂੰ ਲੱਗਦਾ ਉਹਨਾਂ ਦਾ 150 ਕਰੋੜ ਦਾ ਹੋਰ ਬਜਟ ਜਿਹੜਾ ਰਹਿੰਦਾ, 150 ਦਾ ਪਲੱਸ ਜਿਹੜੀ ਹੁਣ COVID-19 ਦੇ ਨਾਲ ਜਿਹੜਾ ਨੁਕਸਾਨ ਹੋਇਆ, ਇਹਦੇ 'ਚ ਘੱਟੋ ਘੱਟ 40 ਕਰੋੜ ਦੀਆਂ ਜਿਹੜੀਆਂ ਫੀਸਾਂ ਜੀ ਜਿਹੜੇ ਨਹੀਂ ਸਕੂਲ ਗਏ ਉਹ ਨਹੀਂ ਬਿਲਕੁਲ ਨਹੀਂ ਪੇ ਕੀਤੀਆਂ, ਤੇ ਉਹ ਇੱਕ ਬੜਾ ਤਕੜਾ ਲਾਸ ਹੈ ਇਸ ਵੇਲੇ। ਸੋ ਇਹਨਾਂ ਨੂੰ ਜਿਹੜੀ ਹੈਲਪ ਹੈ ਇਸ ਵੇਲੇ, ਮੈਂ ਤਾਂ ਕਹਿੰਦਾ ਕਿ ਜੇ ਅਸੀਂ ਆਪਣਾ ਜਿਹੜਾ ਸੋਚ ਹੈ ਨਾ, ਸਾਡੀ ਸੋਚ ਪਹਿਲਾਂ ਪੰਥਕ ਹੋਣੀ ਚਾਹੀਦੀ ਹੈ। ਜੀ ਸਾਡੀ ਜਿਹੜੀ ਕੌਮ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਅਸੀਂ ਅਲੱਗ ਟੁਕੜਿਆਂ ਦੇ ਵਿੱਚ ਵੰਡ ਹੋ ਗਏ। ਜੀ ਜੀ ਆਪਣੇ ਟੁਕੜੇ ਦਾ ਸਾਨੂੰ ਫਿਕਰ ਪਿਆ ਕਿ ਬਸ ਮੇਰੀ ਸੰਸਥਾ ਦਾ ਕੋਈ ਨੁਕਸਾਨ ਨਾ ਹੋ ਜਾਏ, ਮੇਰੀ ਸੰਸਥਾ ਦਾ ਕੋਈ ਨੁਕਸਾਨ ਨਾ ਹੋ ਜਾਏ। ਪਰ ਜਿੱਥੇ ਇਹ ਸਾਰੀਆਂ ਸੰਸਥਾਵਾਂ ਕੋਲੈਕਟਿਵਲੀ ਪੰਥ ਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ ਸੀ ਕਿ ਪੁੱਟਿੰਗ ਪੰਥ ਫਸਟ, ਜੀ ਜੀ ਹਰ ਇੱਕ ਫੈਸਲਾ ਹੋਣਾ ਚਾਹੀਦਾ ਕਿ ਅਸੀਂ ਪੰਥ ਨੂੰ ਪਹਿਲ ਦਈਏ। ਜੇ ਬੜੂ ਸਾਹਿਬ ਨਾਲ ਜੁੜਿਆ ਇਸ ਕਰਕੇ ਕਿ ਜੇ ਪੰਥਕ ਏਜੰਡੇ ਦੇ ਵਿੱਚ ਜੋ ਉਹਨਾਂ ਦੀ ਕੰਟਰੀਬਿਊਸ਼ਨ ਹੈ ਉਹ ਮੈਨੂੰ ਕਿਸੇ ਪਾਸਿਓਂ ਨਹੀਂ ਦਿਸ ਰਹੀ। ਜੀ ਜੀ ਇਹ ਅਸੀਂ ਆਪਣੇ ਲੋਕਲ ਸਿੰਘ ਸਭਾ ਸਾਊਥ ਹਾਲ ਨਾਲ ਜੁੜੇ ਹਾਂ, ਤੇ ਇਹ ਹੈ ਕਿ ਇੰਡੀਆ ਤੋਂ ਬਾਅਦ ਇੱਕ ਬਹੁਤ ਵੱਡੀ ਤਾਕਤ ਹੈ ਉਹ, ਜੀ ਜੋ ਕਿ ਇੱਕ ਸਿੰਘ ਸਭਾ ਲਹਿਰ ਨੂੰ ਬੜੇ ਵਧੀਆ ਤਰੀਕੇ ਨਾਲ ਰਿਵਾਈਵ ਕਰਕੇ ਜੀ ਜੀ ਸੇਵਾ ਕਰ ਸਕਦੇ ਆ। ਜੇ ਅਸੀਂ ਸੰਗਤ ਟਰਸਟ ਨਾਲ ਜੁੜੇ ਹਾਂ ਤੇ ਬਹੁਤ ਵਧੀਆ ਇਹੋ ਪੰਥਕ ਸੇਵਾ ਹੈ ਜਿਹੜਾ ਇਸ ਵੇਲੇ ਹੈ, ਜੀ ਪੰਥ ਦੀ ਬਹੁਤ ਵੱਡੀ ਸੇਵਾ ਕਰ ਸਕਦਾ। ਜਿਹੜੇ ਫੈਸਲੇ ਲੈਂਦੇ ਆ ਸਿਰਫ ਮੂੰਹ ਰੱਖਣ ਲਈ, ਬਿਲਕੁਲ ਜੀ, ਜਦੋਂ ਅਸੀਂ ਮੂੰਹ ਰੱਖਣ ਲਈ ਕੋਈ ਵੀ ਫੈਸਲਾ ਲੈਂਦੇ ਆ, ਉਹ ਮੂਰਖਾਂ ਵਾਲੇ ਫੈਸਲੇ ਨੇ ਕੌਮ ਨੂੰ ਬਿਲਕੁਲ ਜ਼ੀਰੋ ਤੇ ਲਿਆ ਕੇ ਖੜਾ ਕਰ ਦਿੱਤਾ। ਜੀ ਫੈਸਲੇ ਆਪਣੇ ਪੰਥਕ ਬਣਾ ਲਈਏ, ਆਪਣੀ ਸੋਚ ਪੰਥਕ ਬਣਾ ਲਈਏ, ਜਸਵੰਤ ਦੇ ਉੱਤੇ ਪਹਿਰਾ ਦਈਏ ਕਿ ਪੰਥਕ ਕਾਰਜਾਂ ਲਈ ਲੱਗ ਰਿਹਾ, ਤੇ 2 ਦਿਨਾਂ ਦੇ ਵਿੱਚ ਹੀ ਤੁਸੀਂ ਚੇਂਜ ਦੇਖ ਸਕਦੇ ਹੋ। ਜੇ ਸਾਰੇ ਸਿੱਖ ਇਸ ਪਾਸੇ ਇੱਕ ਵਾਰੀ ਹੱਲਾ ਬੋਲ ਕੇ ਇੱਧਰ ਨੂੰ ਨਹੀਂ, ਇਸ ਵੇਲੇ ਪੰਥ ਨੂੰ ਸਾਡੀ ਲੋੜ ਹੈ। ਜੀ ਬਿਲਕੁਲ ਜੀ। ਅਟਵਾਲ ਜੀ ਬਹੁਤ ਖੂਬਸੂਰਤ ਬਿਊਟੀਫੁਲ ਤੁਸੀਂ ਮੈਸੇਜ ਦਿੱਤਾ ਹੈਗਾ ਯੂਨਿਟੀ ਦਾ ਇੱਕ ਦਾ। ਅਖੀਰ ਦੇ ਵਿੱਚ ਚੰਦ ਲਫ਼ਜ਼ਾਂ ਦੇ ਵਿੱਚ ਤੁਸੀਂ ਸਾਡੇ ਸੰਗਤਾਂ ਨੂੰ, ਸਾਡੀ ਆਡੀਅנס ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ? ਜੇ ਐਜੂਕੇਸ਼ਨ ਦੇ ਰਿਲੇਟਡ ਵੀ ਗੱਲ ਕਰੀਏ, ਸਪਾਂਸਰਸ਼ਿਪਸ ਦੇ ਰਿਲੇਟਡ ਵੀ ਗੱਲ ਕਰੀਏ, ਬੱਚਿਆਂ ਦੀ ਐਜੂਕੇਸ਼ਨ ਦੇ ਰਿਲੇਟਡ ਗੱਲ ਕਰੀਏ। ਜਿਸ ਤਰ੍ਹਾਂ ਹਰ ਪ੍ਰੋਗਰਾਮ 'ਚ ਅਸੀਂ ਕਰੀਦਾ, ਇਹਦਾ ਨਾਂ ਹੀ ਰੀਬੂਟ ਪੰਜਾਬ ਹੈ। ਅਸੀਂ ਇੱਕ ਬਾਬਾ ਜੀ ਨੂੰ ਫਿਰ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਸੰਤ ਅਤਰ ਸਿੰਘ ਜੀ ਮਹਾਰਾਜ, ਸੰਤ ਤੇਜਾ ਸਿੰਘ ਜੀ ਤੇ ਬਾਬਾ ਇਕਬਾਲ ਸਿੰਘ ਜੀ ਨੇ ਜੋ ਸਾਨੂੰ ਇੱਕ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਦਿੱਤੀ ਹੈ, ਜੋ ਕਿ ਬੇਮਿਸਾਲ ਆਰਗੇਨਾਈਜੇਸ਼ਨ ਹੈ। ਜੀ ਵਿੱਚੋਂ ਅਸੀਂ ਇੱਕ ਇੰਟਰਨੈਸ਼ਨਲ ਗਲੋਬਲ ਸਿਟੀਜ਼ਨ, ਆਪਣੀ ਗੁਰਮਤ ਵਿਚਾਰ ਵਾਲੇ, ਗੁਰਮਤ ਸਿੱਖੀ ਸਰੂਪ ਵਾਲੇ, ਉਹ ਜਾ ਕੇ ਜਦੋਂ ਬੜੀ ਕੰਪਨੀਆਂ ਦੇ ਬੋਰਡਾਂ ਦੇ ਵਿੱਚ ਬੈਠਣਗੇ ਤੇ ਉਹ ਸਿੱਖੀ ਦਾ ਜੋ ਪ੍ਰਚਾਰ ਹੋਏਗਾ ਉਹਦਾ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਪਰ ਪ੍ਰੋਬਲਮ ਕੀ ਹੈ ਕਿ ਤੁਸੀਂ ਇੰਟਰਨੈਸ਼ਨਲ ਲੈਵਲ ਦੀ ਜਦੋਂ ਕਿਸੇ ਨੂੰ ਐਜੂਕੇਸ਼ਨ ਦਿੰਦੇ ਹੋ, ਜੀ ਸਾਰਿਆਂ ਨੂੰ ਪਤਾ ਹੈ ਕਿ ਉਹ ਭਾਵੇਂ ਸ਼ਿਮਲੇ ਦੇ ਸਕੂਲ ਹੋਣ ਜਾਂ ਹੋਰ ਕੋਈ ਪ੍ਰਾਈਵੇਟ ਸਕੂਲ ਹੋਵੇ ਜਾਂ ਇੰਗਲੈਂਡ ਦੇ ਪ੍ਰਾਈਵੇਟ ਸਕੂਲ ਹੋਣ, ਤੇ ਕਿੰਨਾ ਅਸੀਂ ਹਜ਼ਾਰਾਂ ਪਾਉਂਡ ਬੱਚੇ ਤੇ ਖਰਚ ਕਰਦੇ ਹੋ। ਜੀ ਅਪੀਲ ਕਰਦੇ ਹਾਂ ਕਿ ਸਕੂਲ ਤਾਂ ਅਸੀਂ ਪਿੰਡਾਂ ਦੇ ਵਿੱਚ ਬਣਾਤੇ ਇੰਟਰਨੈਸ਼ਨਲ ਲੈਵਲ ਦੇ, ਇੰਗਲਿਸ਼ ਮੀਡੀਅਮ ਵੀ ਹੈ, ਤੇ ਗੁਰਮਤ ਦਾ ਜੋ ਵੀ ਸਿਲੇਬਸ ਹੈ ਉਹ ਬਿਲਕੁਲ ਨੰਬਰ 1 ਪ੍ਰਾਇੋਰਟੀ ਹੈ। ਜੀ ਉਹਨਾਂ ਦੀਆਂ ਜਿਹੜੇ ਖਰਚੇ ਨੇ ਉਹ ਹੁਣ ਜਿਸ ਤਰ੍ਹਾਂ ਅਸੀਂ ਦੱਸਦੇ ਹਾਂ ਕਿ ਇੱਕ ਬੱਚੇ ਦਾ ਖਰਚਾ ਹੈਗਾ 30 ਪਾਉਂਡ ਮਹੀਨੇ ਦਾ, ਜੀ ਉਹ ਪਿੰਡਾਂ ਦੇ ਬੱਚੇ ਨਹੀਂ ਦੇ ਸਕਦੇ। ਹਾਂਜੀ, ਵਾਸਤੇ ਅਸੀਂ ਇਸ ਪ੍ਰੋਗਰਾਮ 'ਚ ਬੇਨਤੀ ਕਰਦੇ ਹਾਂ ਕਿ ਜਿਹੜੇ ਅਸੀਂ NRIs ਪੰਜਾਬ ਨੂੰ ਪਿੱਛੇ ਰੁਲਦਾ ਛੱਡ ਕੇ ਆਏ ਹਾਂ, ਅਸੀਂ ਰੁਲਦਾ ਛੱਡ ਕੇ ਆਏ ਸੀ, ਪੰਜਾਬ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ। ਜੀ ਸਾਡੇ ਕੋਲ ਅੱਜ ਮੌਕਾ ਹੈ ਕਿ ਅਸੀਂ ਆਪਣੀ ਗਲਤ ਜਿਹੜੀ ਭੁੱਲ ਆ ਇਹਨੂੰ ਮਨਾ ਸਕੀਏ, ਕਿਸੇ ਤਰ੍ਹਾਂ ਇੱਕ ਸਪਾਂਸਰਸ਼ਿਪ ਜ਼ਰੂਰ ਕਰੀਏ। ਜੀ ਇਹੋ ਹੀ ਸਾਡੀ ਹਰ ਪ੍ਰੋਗਰਾਮ ਦੇ ਵਿੱਚ ਇਹੋ ਹੀ ਬੇਨਤੀ ਹੁੰਦੀ ਹੈ, ਇਹੋ ਹੀ ਅਪੀਲ। ਜੀ ਅਟਵਾਲ ਜੀ, ਸਮਝ ਸਕਦਾ ਜੀ ਤੁਸੀਂ ਗੱਲ ਕਰਦੇ ਹੋਏ ਵੀ ਭਾਵੁਕ ਹੋ ਗਏ, ਪੰਜਾਬ ਦੀ ਗੱਲ ਕਰਦੇ ਹੋਏ, ਬੱਚਿਆਂ ਦੇ ਫਿਊਚਰ ਦੀ
ਐਜੂਕੇਸ਼ਨ ਦੀ ਗੱਲ ਕਰਦੇ ਹੋਏ, ਕਿਉਂਕਿ ਤੁਸੀਂ ਉਹਨਾਂ ਪ੍ਰੋਬਲਮਸ ਨੂੰ, ਉਹਨਾਂ ਬੱਚਿਆਂ ਨੂੰ, ਉਹਨਾਂ ਨੂੰ ਦੇਖਿਆ, ਉਹਨਾਂ ਫੈਮਲੀਆਂ ਦੇ ਵਿੱਚ ਵਿਚਰੇ ਹੋ, ਤੁਸੀਂ ਹਾਲਾਤ ਦੇਖੇ ਆ, ਤੁਸੀਂ ਉਹਨਾਂ ਨੂੰ ਮਹਿਸੂਸ ਕੀਤਾ, ਆਪਣੇ ਅੰਦਰ ਧੁਰ ਅੰਦਰ ਤੱਕ ਮਹਿਸੂਸ ਕੀਤਾ। ਸੋ ਚਲੋ ਉਮੀਦ ਹੈ ਜੀ, ਅਸੀਂ ਇਹੀ ਆਪਣੇ ਆਡੀਅנס ਅੱਗੇ ਇਹ ਆਪਣੀ ਬੇਨਤੀ ਕਰਦੇ ਹਾਂ ਜੀ, ਆਪਣਾ ਪੁਆਇੰਟ ਆਫ ਵਿਊ ਰੱਖਦੇ ਹਾਂ ਕਿ ਮੈਨੂੰ ਉਮੀਦ ਹੈ ਕਿ ਤੁਹਾਡੀ ਇਹ ਗੱਲ ਜ਼ਰੂਰ ਸੁਣਨਗੇ, ਤੇ ਜਿਸ ਤਰ੍ਹਾਂ ਤੁਸੀਂ ਜੋ ਮਹਿਸੂਸ ਕਰਕੇ ਕਹਿ ਰਹੇ ਹੋ, ਦਿਲੋਂ ਤੁਸੀਂ ਕਹਿ ਰਹੇ ਹੋ, ਤੇ ਸੁਣਨ ਵਾਲਿਆਂ ਦੇ ਵੀ ਇਹ ਦਿਲ ਤੱਕ ਜਾਏਗਾ, ਉਹ ਵੀ ਇਸੇ ਤਰ੍ਹਾਂ ਇਸੇ ਸ਼ਿੱਦਤ ਨਾਲ ਇਹਨੂੰ ਮਹਿਸੂਸ ਕਰਨਗੇ। ਸੋ ਅਟਵਾਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਦੇ ਐਪੀਸੋਡ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ। ਦੋਸਤੋ, ਇਹ ਸੀ ਸਾਡਾ ਅੱਜ ਦਾ ਐਪੀਸੋਡ। ਤੁਸੀਂ ਗੱਲਾਂ ਬਾਤਾਂ ਸਾਡੀਆਂ ਸੁਣੀਆਂ, ਅਟਵਾਲ ਸਾਹਿਬ ਵੀ ਅੱਜ ਭਾਵੁਕ ਹੋ ਗਏ ਤੁਹਾਡੇ ਨਾਲ ਗੱਲ ਕਰਦੇ ਹੋਏ ਪੰਜਾਬ ਦੇ ਬਾਰੇ 'ਚ। ਉਮੀਦ ਹੈ ਤੁਸੀਂ ਇਹਨਾਂ ਦੀਆਂ ਗੱਲਾਂ ਤੇ ਗੌਰ ਕਰੋਗੇ। ਸੋ ਇਸ ਵਾਰ ਸਾਨੂੰ ਦਿਓ ਇਜਾਜ਼ਤ, ਅਗਲੀ ਵਾਰ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ, ਉਦੋਂ ਤੱਕ ਦਿਓ ਇਜਾਜ਼ਤ। ਆਪਣੇ ਪੇਸ਼ਕਾਰ ਬੱਬਰ ਮਟੋਰ ਨੂੰ। ਅਟਵਾਲ ਜੀ, ਇੱਕ ਵਾਰ ਫੇਰ ਤੋਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।